ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਏ ਸਰੀਰਾ ਮੇਰਿਆ, ਹਰ ਤੁਮ ਮਹਿ ਜੋਤ ਰੱਖੀ। ਤਾਤੂ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ। ਤਾਤੂ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ। ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ। ਤਾ ਚਲਤ ਹੁਆ ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾਤੂ ਜਗ ਮਹਿ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਪਾਵਨ ਗੁਰੂ ਦੀ ਗੋਦ ਅੰਦਰ ਸਬਾਇਮਾਨ ਸਤ ਸੰਗੀ ਜਨੋਂ, ਵਡਭਾਗੇ ਹਾਂ ਸਤਿਗੁਰੂ ਨੇ ਰਹਿਮਤ ਕੀਤੀ ਹੈ। ਲੜੀਵਾਰ ਵਿਚਾਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਸ੍ਰੀ ਆਨੰਦ ਸਾਹਿਬ, ਤਿੰਨਾਂ ਦੇ ਅੰਦਰੋਂ ਅਸੀਂ ਅੱਜ 33ਵੀਂ ਪੌੜੀ ਦੇ ਪਾਵਨ ਮੂਲ ਪਾਠ ਕੀਤੇ ਹਨ। ਜ਼ਿੰਦਗੀ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ। ਅੱਜ ਦੀ ਇਸ ਪੌੜੀ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜ਼ਿੰਦਗੀ ਦਾ ਇੱਕ ਅਨਮੋਲ ਪਲ, ਇੱਕ ਇੱਕ ਸਵਾਸ ਜੋ ਅਕਾਲ ਪੁਰਖ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਹਨਾਂ ਸਵਾਸਾਂ ਵਿੱਚੋਂ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਨੇ ਜੋ ਇਸ ਮਿੱਟੀ ਦੇ ਭਾਂਡੇ ਵਿੱਚ ਪਾ ਕੇ ਸਾਨੂੰ ਧਰਤੀ 'ਤੇ ਸਾਹ ਲੈਣ ਜੋਗਾ ਕੀਤਾ, ਉਸ ਬਾਬਤ ਇਸ ਪੌੜੀ ਦੇ ਅੰਦਰ ਜ਼ਿਕਰ ਹੈ। ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਰਹਿਮਤ ਕਰਨੀ, ਇਸ ਪੌੜੀ ਦੀ ਵਿਚਾਰ ਆਪ ਕਰਵਾਉਣੀ। ਬੜੇ ਅਦਬ ਸਤਿਕਾਰ ਨਾਲ ਸੀਸ ਝੁਕਾਓ, ਗੁਰੂ ਸਾਹਿਬ ਦੇ ਕੋਲੋਂ ਆਗਿਆ ਪ੍ਰਾਪਤ ਕਰੀਏ। ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪੌੜੀ ਦੀ ਵਿਚਾਰ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਜਗਤ ਦੇ ਅੰਦਰ ਮਨੁੱਖ ਦੇ 3 ਮਾਤਾ ਪਿਤਾ ਹੋਏ ਨੇ। ਇੱਕ ਜਿਨ੍ਹੇ ਸਾਨੂੰ ਪੈਦਾ ਕੀਤਾ, ਜਿਸ ਸਬੰਧ ਕਰਕੇ ਰਕਤ ਤੇ ਬਿੰਦ ਦਾ ਮਿਲਾਪ ਹੋਇਆ, ਮਾਂ ਦੇ ਗਰਭ ਵਿੱਚੋਂ ਸਾਡਾ ਜਨਮ ਹੋਇਆ। ਇੱਕ ਉਹ ਮਾਂ ਪਿਓ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਸੰਸਾਰੀ ਅਧਿਕਾਰ ਹੈ। ਜਦੋਂ ਉਹਨਾਂ ਦਾ ਆਨੰਦ ਕਾਰਜ ਹੋ ਜਾਂਦਾ, ਜਦੋਂ ਉਹ ਵਿਆਹ ਕਰਦੇ ਨੇ ਤੇ ਫਿਰ ਜਾ ਕੇ ਜਗਤ ਦੇ ਵਿੱਚ ਉਸ ਮਾਤਾ ਪਿਤਾ ਦੇ ਸੁਮੇਲ ਵਿੱਚੋਂ ਇੱਕ ਬੱਚਾ ਪੈਦਾ ਹੁੰਦਾ, ਜਿਹਨੂੰ ਜਗਤ ਨੇ ਮਾਨਤਾ ਦਿੱਤੀ ਤੇ ਉਸ ਬੱਚੇ ਦਾ ਮਾਤਾ ਪਿਤਾ ਫਿਰ ਉਸ ਨੂੰ ਪੈਦਾ ਕਰਨ ਵਾਲਾ। ਦੂਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਜੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਰਹਿਮਤ ਕਰਕੇ ਸਾਡੀ ਝੋਲੀ ਵਿੱਚ ਦਾਤ ਪਾਈ। ਸਤਿਗੁਰ ਕੈ ਜਨਮੈ ਗਮਨ ਮਿਟਾਇਆ। ਦੂਸਰਾ ਜਨਮ ਹੈ ਸਤਿਗੁਰੂ ਦੇ ਘਰ। ਇਸ ਕਰਕੇ ਜਦੋਂ ਅਸੀਂ ਖਾਲਸੇ ਪੰਥ ਵਿੱਚ ਸ਼ਾਮਲ ਹੁੰਦੇ ਹਾਂ ਤੇ ਸਾਡਾ ਮਾਤਾ ਪਿਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਅਸੀਂ ਆਪ ਆਖਦੇ ਹਾਂ ਕਿ ਸਾਡੇ ਪਿਤਾ
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਮਾਤਾ ਸਾਹਿਬ ਕੌਰ ਜੀ। ਤੀਸਰਾ ਜਿਹੜਾ ਹੈ, ਜਿਸ ਦੀ ਵਿਚਾਰ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਵਿੱਚ ਕੀਤੀ, ਕਿਉਂਕਿ ਜਿਸ ਤੋਂ ਬਗੈਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਇਸ ਜਗਤ ਦੇ ਵਿੱਚ ਤੇਰੀ ਹੋਂਦ ਨਹੀਂ। ਮਾਂ ਪਿਓ ਲੱਖ ਯਤਨ ਕਰ ਲੈਣ, ਗ੍ਰਸਤੀ ਜੋੜਾ ਲੱਖ ਯਤਨ ਕਰ ਲਵੇ, ਜਦੋਂ ਤੱਕ ਉਹ ਪਰਮਾਤਮਾ ਰਹਿਮਤ ਨਹੀਂ ਨਾ ਕਰਦਾ, ਜਦੋਂ ਤੱਕ ਉਹ ਪਰਮਾਤਮਾ ਇਸ ਮਿੱਟੀ ਦੇ ਭਾਂਡੇ ਅੰਦਰ ਜੋਤ ਨਹੀਂ ਪਾਉਂਦਾ, ਉਦੋਂ ਤੱਕ ਮਨੁੱਖ ਧਰਤੀ 'ਤੇ ਨਹੀਂ ਆ ਸਕਦਾ। ਕੋਈ ਵੀ ਜੀਵ ਹੋਵੇ, ਕਿਸੇ ਵੀ ਜੀਵ ਨੂੰ ਲੈ ਲਵੋ, ਉਹ ਉਦੋਂ ਹੀ ਧਰਤੀ ਦੇ ਉੱਤੇ ਆਵੇਗਾ ਜਦੋਂ ਤੱਕ ਉਹਦੇ ਅੰਦਰ ਪਰਮਾਤਮਾ ਜਿੰਦ ਨਹੀਂ ਟਿਕਾਉਂਦਾ। ਇਹ ਤੀਸਰੇ ਮਾਤਾ ਪਿਤਾ ਦੀ ਗੱਲ ਕੀਤੀ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਹੁਣ ਥੋੜ੍ਹਾ ਜਿਹਾ ਆਪਣੇ ਪਿਛੋਕੜ ਵੱਲ ਝਾਤੀ ਮਾਰੀਏ। ਹੁਣ ਪੈਦਾ ਕਰਨ ਵਾਲਾ ਕੌਣ ਹੈ? ਪਰਮਾਤਮਾ। ਜਰੀਆ ਹੈ ਮਾਤਾ ਪਿਤਾ। ਜਦੋਂ ਅਸੀਂ ਧਰਮ ਵਿੱਚ ਪ੍ਰਵੇਸ਼ ਕਰਦੇ ਹਾਂ ਤੇ ਸਾਡਾ ਮਾਤਾ ਪਿਤਾ ਗੁਰੂ ਬਣ ਜਾਂਦਾ ਹੈ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਅਸੀਂ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ ਨਾ। ਇਸ ਤਰੀਕੇ ਦੇ ਨਾਲ, ਪਰ ਸਭ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਪਰਮਾਤਮਾ ਨੇ ਰਹਿਮਤ ਕੀਤੀ ਤੇ ਤੇਰੇ ਅੰਦਰ ਜਿੰਦ ਟਿਕਾਈ। ਪਰ ਕੁਝ ਅਨਭੋਲ ਲੋਕ, ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਕੇ ਜਗਤ ਦਾ ਦਾਤਾ ਕੇਵਲ ਇੱਕ ਜਾਣੇ ਨੂੰ ਘੜ ਕੇ ਤੇ ਇਹ ਕਹਿ ਦਿੱਤਾ ਕਿ ਇਹਨੇ ਜਗਤ ਦੀ ਰਚਨਾ ਕੀਤੀ, ਦੂਸਰੇ ਨੂੰ ਘੜ ਦਿੱਤਾ ਤੇ ਆਖਿਆ ਇਹ ਜਗਤ ਨੂੰ ਪਾਲਣ ਵਾਲਾ, ਤੀਸਰੇ ਨੂੰ ਘੜ ਦਿੱਤਾ ਤੇ ਆਖਿਆ ਇਹ ਜਗਤ ਨੂੰ ਮੌਤ ਦੇਣ ਵਾਲਾ, ਜਿਹਨੂੰ ਅਸੀਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਆਖਦੇ ਹਾਂ। ਧਿਆਨ ਨਾਲ ਸੁਣਿਓ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਪ ਬਾਣੀ ਦੇ ਅੰਦਰ ਆਖਿਆ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ, ਇੱਕ ਸੰਸਾਰੀ, ਇੱਕ ਭੰਡਾਰੀ ਤੇ ਇੱਕ ਲਾਏ ਦੀਵਾਨ। ਦੀਵਾਨ ਲਾਉਣ ਵਾਲਾ ਭਾਵ ਸ਼ਿਵ ਜੀ। ਮੂਰਤੀਆਂ ਦੇਖਦੇ ਆ ਨਾ ਅਸੀਂ ਸ਼ਮਸ਼ਾਨ ਘਾਟ ਦੇ ਅੰਦਰ, ਭਾਵ ਇਹ ਮੌਤ ਦੇਣ ਵਾਲਾ। ਇਹ ਸੰਸਾਰ ਦੇ ਉੱਤੇ ਪ੍ਰਚਲਿਤ ਹੋ ਗਿਆ। ਬ੍ਰਾਹਮਣ ਨੇ ਚਾਲ ਖੇਡੀ, ਉਸ ਚਾਲ ਦੇ ਵਿੱਚ ਉਹ ਕਾਮਯਾਬ ਵੀ ਹੋਇਆ। ਉਹਨੇ ਧਰਮ ਦੇ ਨਾਂ ਉੱਤੇ 4 ਵਰਗਾਂ ਦੇ ਵਿੱਚ ਲੋਕ ਵੰਡ ਦਿੱਤੇ। ਧਿਆਨ ਨਾਲ ਸਰਵਣ ਕਰਨਾ। 4 ਵਰਗਾਂ ਦੇ ਵਿੱਚ ਲੋਕ ਵੰਡੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇਹ 4 ਵਰਗਾਂ ਦੇ ਵਿੱਚ ਲੋਕ ਵੰਡ ਕੇ ਆਖਿਆ ਕਿ ਬ੍ਰਾਹਮਣ ਨੂੰ ਪਰਮਾਤਮਾ ਨੇ ਤਰਜੀਹ ਦਿੱਤੀ ਹੈ, ਸਰੀਰਾਂ ਵਿੱਚ ਵੰਡ ਪਾ ਦਿੱਤੀ। ਇਸ ਵੰਡੀ ਦੇ ਵਿੱਚ ਲੋਕ ਖਚਿਤ ਹੋ ਗਏ, ਖੁਆਰ ਹੋਣ ਲੱਗੇ, ਇੱਥੋਂ ਤੱਕ ਕਿ ਜਿਹੜਾ ਸ਼ੂਦਰ ਸੀ ਉਹ ਨਾਮ ਲੈ ਵੀ ਨਹੀਂ ਸੀ ਸਕਦਾ ਤੇ ਨਾਮ ਸੁਣ ਵੀ ਨਹੀਂ ਸੀ ਸਕਦਾ। ਨਾ ਉਹ ਪਰਮਾਤਮਾ ਦੀ ਬੰਦਗੀ ਕਰ ਸਕਦਾ ਸੀ ਤੇ ਨਾ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੂੰ ਸੁਣ ਸਕਦਾ ਸੀ। ਪਰ ਗੁਰੂ ਨਾਨਕ ਦੇ ਘਰ ਦਾ ਨਿਵੇਕਲਾ ਪੰਥ ਹੈ। ਉਹ ਕਹਿੰਦੇ ਇਸ ਧਰਤੀ 'ਤੇ ਜਿਹੜਾ ਵੀ ਜੀਵ ਆਇਆ, ਚਾਹੇ ਉਹ ਜਾਨਵਰ ਹੀ ਕਿਉਂ ਨਾ ਹੋਵੇ, ਜੇ ਉਹ ਵੀ ਗੁਰੂ ਦੇ ਦਰ ਉੱਤੇ ਆਇਆ ਤੇ ਉਹਨੂੰ ਵੀ ਨਾਮ ਦੀ ਦਾਤ ਗੁਰੂ ਬਖਸ਼ਿਸ਼ ਕਰ ਦਿੰਦਾ, ਉਹਦਾ ਵੀ ਪਾਰ ਉਤਾਰਾ ਕਰ ਦਿੰਦਾ। ਅਸੀਂ ਇਤਿਹਾਸ ਪੜ੍ਹਦੇ ਹਾਂ ਨਾ, ਅੱਜ ਦੇ ਸਮੇਂ ਕਈ ਵਿਚਾਰਵਾਨ ਵੀਰ ਖੰਡਨ ਕਰਦੇ ਹੋਣਗੇ। ਸਤਿਗੁਰੂ ਨੇ ਜਿਹੜੇ 84 ਲੱਖ ਜੂਨਾਂ ਵਿੱਚ ਭਟਕਦੇ ਸਨ, ਉਹਨਾਂ ਵਿੱਚੋਂ ਸ਼ਿਕਾਰ ਕਰ ਕਰਕੇ ਉਹਨਾਂ ਨੂੰ ਬਖਸ਼ਿਸ਼ ਦਿੱਤੀ, ਉਹਨਾਂ ਦਾ ਪਾਰ ਉਤਾਰਾ ਕੀਤਾ ਤੇ ਸਮਝਾਇਆ ਵੀ। ਕੁਝ ਇਤਿਹਾਸਕ ਸਾਖੀਆਂ ਵੀ ਨੇ, ਮੈਂ ਉੱਧਰ ਨਹੀਂ ਜਾਣਾ। ਹੁਣ ਇਸ ਬ੍ਰਾਹਮਣ ਦੀ ਚਾਲ ਵਿੱਚ ਮਨੁੱਖ ਖੁਆਰ ਹੋਇਆ ਤੇ ਭਾਈ ਗੁਰਦਾਸ ਜੀ ਕਹਿੰਦੇ ਇਸ ਖੁਆਰੀ ਦੇ ਵਿੱਚ ਕੇਵਲ ਇਨਸਾਨ ਹੀ ਨਹੀਂ,
ਸਾਰਾ ਜਗਤ ਰੋਇਆ। ਕੇਵਲ ਇਨਸਾਨ ਹੀ ਨਹੀਂ, ਜਗਤ ਹੀ ਨਹੀਂ, ਧਰਤੀ ਵੀ ਕੁਰਲਾ ਉੱਠੀ। ਕਲ ਮਲ ਹੋਈ ਮੇਦਨੀ, ਜਗਤ ਰਹੀ ਲਪਟਾਏ। ਧਰਤੀ ਨੇ ਪੁਕਾਰ ਕੀਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਧਿਆਨ ਨਾਲ ਸੁਣਿਓ ਕਿਉਂਕਿ ਇਹ ਬੜੀ ਵਿਸ਼ੇਸ਼ ਪੌੜੀ ਹੈ, ਸਤਿਗੁਰੂ ਨੇ ਬਖਸ਼ਿਸ਼ ਕੀਤੀ। ਜਗਤ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਬ੍ਰਾਹਮਣ ਨੇ ਚਾਲ ਖੇਡੀ, ਉਹ ਕਾਮਯਾਬ ਹੋਈ, ਲੋਕ ਖੁਆਰ ਹੋਏ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਰਤੀ 'ਤੇ ਆ ਕੇ 33 ਕਰੋੜ ਦੇਵੀ ਦੇਵਤਿਆਂ ਨੂੰ ਇੱਕ ਕਰਕੇ ਉਸ ਇੱਕ ਦੀ ਆਰਾਧਨਾ ਵੱਲ ਲਾ ਦਿੱਤਾ। ਹੁਣ ਧਿਆਨ ਦਿਆ ਜੇ, ਇਸ ਪਹਿਲੀ ਪੌੜੀ ਇਸ ਪੌੜੀ ਦੀ ਪਹਿਲੀ ਪੰਕਤੀ ਨੂੰ ਧਿਆਨ ਨਾਲ ਸੁਣਿਓ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਸਰੀਰ ਵਿੱਚ ਕੀ ਰੱਖਿਆ ਜੀ? ਜੋਤ। ਤੇ ਮਨੁੱਖ ਧਰਤੀ ਦੇ ਉੱਤੇ ਆਣ ਕੇ ਖੁਆਰ ਕਾਹਦੇ ਨਾਲ ਹੋਇਆ? ਬ੍ਰਾਹਮਣ ਨੇ ਖੁਆਰ ਕਿੱਦਾਂ ਕੀਤਾ? ਕਿ ਜੋਤ ਵੰਡੀ? ਨਹੀਂ, ਬ੍ਰਾਹਮਣ ਨੂੰ ਪਤਾ ਸੀ, ਬੜਾ ਚਲਾਕ ਸੀ, ਉਹਨੇ ਜਾਤ ਵੰਡ ਦਿੱਤੀ। ਜਾਤ ਵੰਡ ਕੇ ਉੱਚੇ ਨੀਵਿਆਂ ਘਰਾਣਿਆਂ ਦੀਆਂ ਜਾਤਾਂ ਪਾਤਾਂ ਬਣਾ ਦਿੱਤੀਆਂ, ਅੱਗੇ ਕਈ ਫਿਰਕੇ ਬਣਾ ਦਿੱਤੇ। ਤੇ ਜਦੋਂ ਤੱਕ ਗੁਰੂ ਪਾਤਸ਼ਾਹ ਜੀ ਕਹਿੰਦੇ ਮਨੁੱਖ ਜਾਤਾਂ ਦੇ ਵਿੱਚ ਵੜਿਆ ਰਹੇਗਾ ਨਾ, ਉਦੋਂ ਤੱਕ ਮਨੁੱਖ ਖੁਆਰ ਹੀ ਹੁੰਦਾ ਰਹੇਗਾ। ਉਦੋਂ ਤੱਕ ਉਹ ਉਹਨਾਂ ਚਾਰ ਘਰਾਣਿਆਂ ਦੇ ਵਿੱਚ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰਾਂ ਵਾਲੀ ਜ਼ਿੰਦਗੀ ਹੀ ਬਤੀਤ ਕਰੇਗਾ। ਜਦੋਂ ਤੱਕ ਇਹ ਜਾਤ ਨੂੰ ਤਰਜੀਹ ਦੇਗਾ ਕਿ ਭਾਈ ਇਹ ਕਿਹੜੀ ਜਾਤੀ ਦਾ, ਸਾਡੇ ਅੰਦਰ ਅੱਜ ਵੀ ਇਹ ਪ੍ਰਭਾਵ, ਚਾਹੇ ਅਸੀਂ ਮੰਨੀਏ ਨਾ ਮੰਨੀਏ, ਅਸੀਂ ਆਖਦੇ ਹਾਂ, ਅਸੀਂ ਜਦੋਂ ਵੀ ਘਰ ਵਿੱਚ ਕੋਈ ਵੀ ਰਿਸ਼ਤਾ ਤੈਅ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਕੀ ਵੇਖਦੇ ਹਾਂ? ਜਾਤ। ਕਦੀ ਜੋਤ ਨਹੀਂ ਵੇਖੀ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋਤ ਵੇਖੀ। ਬੀਬੀ ਭਾਨੀ ਨੂੰ ਵਿਆਹੁਣ ਲੱਗਿਆਂ ਜੋਤ ਵੇਖੀ, ਜਾਤ ਨਹੀਂ ਵੇਖੀ। ਉਹਦਾ ਬੈਂਕ ਬੈਲੈਂਸ ਨਹੀਂ ਵੇਖਿਆ, ਉਹਦਾ ਘਰਾਣਾ ਨਹੀਂ ਵੇਖਿਆ। ਲੋਕ ਆਖਦੇ ਸਨ ਇਹ ਜੇਠਾ ਆਪਣੇ ਮਾਂ ਪਿਓ ਨੂੰ ਖਾ ਗਿਆ। ਲੋਕ ਇਹ ਗੱਲ ਕਹਿੰਦੇ ਸਨ ਇਹਦੇ ਪਿਛੋਕੜ ਕੋਈ ਨਹੀਂ, ਇਹਦੇ ਵੱਡਿਆਂ ਨੇ ਇਹਨੂੰ ਛੱਡ ਦਿੱਤਾ, ਇਹ ਨਿਆਸਰਾ ਹੋ ਗਿਆ, ਘਰ ਤੋਂ ਬਾਹਰ ਆ ਗਿਆ। ਤੇ ਨਿਆਸਰਿਆਂ ਨੂੰ ਥਾਂ ਦੇਣ ਵਾਲੇ ਨੇ ਆਸਰਾ ਦਿੱਤਾ, ਤੇ ਐਸਾ ਆਸਰਾ ਦਿੱਤਾ ਜਿਸ ਦਿਨ ਧੀ ਦਾ ਰਿਸ਼ਤਾ ਕਰਨ ਲੱਗੇ ਨੇ ਜਾਤ ਨਹੀਂ ਵੇਖੀ, ਬੈਂਕ ਬੈਲੈਂਸ ਨਹੀਂ ਵੇਖਿਆ, ਘਰਾਣਾ ਨਹੀਂ ਵੇਖਿਆ। ਕੀ ਵੇਖਿਆ? ਜੋਤ। ਕਿ ਉਸ ਜੋਤ ਦੇ ਅੰਦਰ ਪਰਮ ਜੋਤੀ ਪਰਮਾਤਮਾ ਆਪ ਵਸਿਆ ਹੋਇਆ। ਤੇ ਐਸਾ ਰਿਸ਼ਤਾ ਜਗਤ ਦੇ ਵਿੱਚ ਦਿਖ ਸਕਦਾ? ਤੇ ਜ਼ਿੰਦਗੀ ਦੇ ਅੰਦਰ ਜਦੋਂ ਵੀ ਅਸੀਂ ਇਤਿਹਾਸ ਪੜ੍ਹਾਂਗੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਬੀਬੀ ਭਾਨੀ ਦਾ ਰਿਸ਼ਤਾ ਜੁਗਾਂ ਜੁਗਾਂ ਤੱਕ ਜਿੰਦਾ ਰਹੇਗਾ। ਜਿਨ੍ਹਾਂ ਨੇ ਇੰਨੀ ਸੇਵਾ ਕੀਤੀ, ਇੰਨੀ ਬੰਦਗੀ ਕੀਤੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਕਿ ਜਗਤ ਦੇ ਉੱਤੇ ਅੱਜ ਵੀ ਜਦੋਂ ਵੀ ਅਸੀਂ ਅੰਮ੍ਰਿਤਸਰ ਦੀ ਧਰਤੀ ਨੂੰ ਵੇਖਦੇ ਹਾਂ ਤਾਂ ਕੀ ਪੁਕਾਰਦੇ ਹਾਂ? ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਇਹ ਖੇਡ ਸੀ ਜੋਤ ਦੀ। ਅਸੀਂ ਜਾਤ ਦੇ ਵਿੱਚ ਫਸ ਗਏ। ਬ੍ਰਾਹਮਣ ਨੇ ਜਾਲ ਵਿਛਾਇਆ ਸੀ, ਉਸ ਜਾਲ ਦੇ ਵਿੱਚ ਫਸ ਗਏ। ਅੱਜ ਜਿਹੜੇ ਸਾਡੇ ਰਿਸ਼ਤੇ ਟੁੱਟਦੇ ਨੇ, ਅੱਜ ਅਸੀਂ ਖੁਆਰ ਹੁੰਦੇ ਹਾਂ ਕੇਵਲ ਜਾਤ ਕਰਕੇ। ਜਾਤ ਦਾ ਅਭਿਮਾਨ ਹੈ, ਮੇਰੀ ਕੁੱਲ ਉੱਚੀ ਹੈ, ਮੇਰੀ ਆਹ ਜਾਤ ਹੈ, ਮੈਂ ਫਲਾਣਿਆਂ ਦੇ ਵਿੱਚੋਂ ਹਾਂ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪੁੱਛਿਓ, ਕਹਿੰਦੇ ਭਲਿਆ ਜਾਤ ਨਾ ਵੇਖੀ, ਜੋਤ ਵੇਖੀ, ਕਿਉਂਕਿ ਇਹ ਜੋਤ ਉਸ ਪਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਹੈ। ਜਾਤ ਤੂੰ ਬਣਾਈ ਹੈ। ਜਦੋਂ ਘਰ ਵਿੱਚ ਬੱਚਾ ਪੈਦਾ ਹੁੰਦਾ ਨਾ, ਉਹਨੂੰ ਕੁਛ ਨਾ ਦੱਸਿਓ, ਨਾ ਆਪਣੇ ਘਰਾਣੇ ਬਾਰੇ, ਨਾ ਉਹਨੂੰ ਆਪਣੇ ਧਰਮ ਬਾਰੇ ਜਿਹੜੇ ਅਸੀਂ ਲੈਵਲ ਲਾ ਲਏ ਆ। ਗੁਰੂ ਨਾਨਕ ਸਾਹਿਬ ਦਾ ਕੋਈ ਧਰਮ ਨਹੀਂ ਹੈ। ਸਿੱਖ ਸਿਖਿਆਰਥੀ ਹੈ। ਕੇਵਲ ਅਸੀਂ
ਜਿਸ ਤਰ੍ਹਾਂ ਬ੍ਰਾਹਮਣ ਨੇ ਜਾਲ ਪਾਇਆ ਸੀ, ਅਸੀਂ ਵੀ ਪਾਉਣ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਜੀ ਦਾ ਚਲਾਇਆ ਹੋਇਆ ਮਾਰਗ ਕਿਸੇ ਇੱਕ ਦਾ ਨਹੀਂ। ਇਹ ਸੜਕ ਬਣੀ ਹੈ ਨਾ, ਇਹ ਸੜਕ ਕਿਸੇ ਇੱਕ ਦੀ ਥੋੜ੍ਹੀ ਹੈ। ਇਸ ਸੜਕ ਦੇ ਉੱਤੇ ਹਿੰਦੂ ਵੀ ਜਾਂਦਾ, ਮੁਸਲਮਾਨ ਵੀ ਜਾਂਦਾ, ਈਸਾਈ ਵੀ ਜਾਂਦਾ। ਇੱਥੇ ਗਰੀਬ ਵੀ ਚੱਲ ਰਿਹਾ, ਇੱਥੇ ਅਮੀਰ ਵੀ ਚੱਲ ਰਿਹਾ। ਕਦੇ ਸੜਕ ਨੇ ਆਖਿਆ ਕਿ ਮੈਂ ਗਰੀਬ ਦਾ ਭਾਰ ਨਹੀਂ ਚੁੱਕਣਾ। ਗੁਰੂ ਨਾਨਕ ਸਾਹਿਬ ਨੇ ਮਾਰਗ ਚਲਾਇਆ ਸੀ। ਉਸ ਮਾਰਗ 'ਤੇ ਚੱਲਣ ਵਾਲੇ ਪਾਂਧੀਆਂ ਨੂੰ ਸਿਖਿਆਰਥੀ ਆਖਿਆ ਗਿਆ ਸੀ, ਸਿੱਖ ਆਖਿਆ ਗਿਆ ਸੀ। ਅਸੀਂ ਭੁੱਲ ਗਏ। ਇਹ ਸਾਡਾ ਗੁਰਦੁਆਰਾ, ਇਹ ਫਲਾਣਿਆਂ ਦਾ ਗੁਰਦੁਆਰਾ, ਇਹ ਗੁਰਦੁਆਰਾ ਮਾੜਾ, ਇਹ ਗੁਰਦੁਆਰਾ ਚੰਗਾ, ਇਹ ਗੁਰਦੁਆਰੇ ਦਾ ਲੰਗਰ ਮਾੜਾ, ਇਹ ਗੁਰਦੁਆਰੇ ਦਾ ਚੰਗਾ। ਇਹ ਅਸੀਂ ਆਪਣੇ ਜਾਤ ਦੇ ਅਭਿਮਾਨ ਕਰਕੇ ਸਾਰਾ ਕੁਝ ਕਰ ਰਹੇ ਹਾਂ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪੁੱਛੀਏ, ਕਹਿੰਦੇ ਭਲਿਆ ਆ ਮੇਰੀ ਗੋਦ ਵਿੱਚ ਬੈਠ, ਮੈਂ ਤੈਨੂੰ ਦੱਸਦਾ, ਮੈਂ 62 ਸਾਲ ਦੀ ਉਮਰ ਤੱਕ ਠੋਕਰਾਂ ਖਾਧੀਆਂ ਅਤੇ ਜਿਸ ਦਿਨ ਮੈਨੂੰ ਗੁਰੂ ਨੇ ਆਪਣੀ ਗੋਦ ਦਿੱਤੀ, ਜਦੋਂ ਮੈਂ ਉਸ ਮਾਰਗ 'ਤੇ ਚੱਲਿਆ ਅਤੇ ਉਦੋਂ ਫਿਰ ਗੁਰੂ ਨੇ ਕੀ ਆਖਿਆ ਸੀ? ਆਖਿਆ ਸੀ ਤੂੰ ਨਿਥਾਵਾਂ ਨਹੀਂ, ਨਿਥਾਵਿਆਂ ਨੂੰ ਥਾਂ ਦੇਣ ਵਾਲਾ। ਤੂੰ ਨਿਮਾਣਾ ਨਹੀਂ, ਨਿਮਾਣਿਆਂ ਨੂੰ ਮਾਣ ਦੇਣ ਵਾਲਾ ਤੂੰ ਹੈ। ਤੈਨੂੰ ਕਿਸੇ ਨੇ ਵੋਟ ਨਹੀਂ, ਤੂੰ ਨਿਉਟਿਆਂ ਨੂੰ ਵੋਟ ਦੇਣ ਵਾਲਾ। 14 ਬਖਸ਼ਿਸ਼ਾਂ ਕੀਤੀਆਂ ਗੁਰੂ ਸਾਹਿਬ ਨੇ ਅਤੇ ਨਿਵਾਜਿਆ। ਅਤੇ ਉਸ ਨਿਵਾਜੇ ਹੋਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਆਨੰਦ ਸਾਹਿਬ ਦੀ ਬਾਣੀ ਬਖਸ਼ਿਸ਼ ਕੀਤੀ। ਮੈਂ ਆਰੰਭ ਵਿੱਚ ਵੀ ਆਖਿਆ ਸੀ, ਗੁਰੂ ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ। ਐਵੇਂ ਇਸ ਬਾਣੀ ਨੂੰ ਬਿਆਨ ਨਹੀਂ ਕੀਤਾ, ਆਪਣੀ ਜ਼ਿੰਦਗੀ ਦੇ ਉੱਤੇ ਹੰਡਾਏ ਹੋਏ ਪਲਾਂ ਨੂੰ ਇਸ ਬਾਣੀ ਦੇ ਵਿੱਚ ਦਰਜ ਕਰਕੇ ਦਰਸਾਇਓ। ਭਲਿਆ ਜਾਤ ਦੇ ਅਭਿਮਾਨੀਆਂ, ਜਾਤ ਦੇ ਅਭਿਮਾਨ 'ਚੋਂ ਬਾਹਰ ਨਿਕਲ ਕੇ ਆਪਣੀਆਂ ਅੱਖਾਂ ਦੇ ਨਾਲ ਸਤਿਗੁਰੂ ਨੂੰ ਵੇਖ। ਤੇ ਸਤਿਗੁਰੂ ਆਖਦਾ, ਉਹ ਭਲਿਆ ਸਭ ਤੋਂ ਵੱਡੀ ਗੱਲ ਹੈ ਕਿ ਜੋਤ ਨੂੰ ਪਛਾਣ ਲੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਪਰਮਾਤਮਾ ਤੇਰੇ ਨਾਲ ਹੈ, ਬਾਹਰ ਨਹੀਂ ਕਿਤੇ। ਇਸ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਸਰੀਰਾ ਮੇਰਾ, ਇਹ ਮਿੱਟੀ ਦੀ ਇਹ ਢੇਰੀਏ, ਮਾਣ ਨਾ ਕਰ। ਇਹ ਨਾ ਆਖ ਮੈਂ ਸੰਧੂਆਂ ਵਿੱਚੋਂ, ਇਹ ਨਾ ਆਖ ਮੇਰਾ ਘਰਾਣਾ ਉੱਚਾ ਹੈ, ਇਹ ਨਾ ਆਖ ਮੈਂ ਰੰਧਾਵਿਆਂ ਵਿੱਚੋਂ। ਨਾ, ਤੂੰ ਮਿੱਟੀ ਦੀ ਢੇਰੀ ਹੈ। ਜਾਤ ਤੂੰ ਆਪਣੇ ਨਾਮ ਨਾਲ ਆਪ ਲਾਈ ਹੈ। ਹਾਂ, ਤੇਰੇ ਅੰਦਰ ਇੱਕ ਸਤਾ ਹੈ, ਉਹ ਹੈ ਪਰਮਾਤਮਾ ਦੀ ਜੋਤ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਇਹ ਨਾ ਮਾਣ ਕਰ ਮੇਰੇ ਮਾਂ ਪਿਓ ਨੇ ਜਨਮ ਦਿੱਤਾ। ਲੱਖਾਂ ਜੋੜੇ ਤਰਸਦੇ ਪਏ ਨੇ ਔਲਾਦ ਨੂੰ, ਕੀ ਉਹ ਔਲਾਦ ਪ੍ਰਾਪਤ ਕਰਦੇ ਨੇ? ਨਹੀਂ ਕਰ ਸਕਦੇ। ਜਦੋਂ ਤੱਕ ਪਰਮਾਤਮਾ ਆਪਣੀ ਜੋਤ ਉਸ ਸਰੀਰ ਵਿੱਚ ਟਿਕਾਉਂਦਾ ਨਹੀਂ, ਉਦੋਂ ਤੱਕ ਜਗਤ ਦੇ ਉੱਤੇ ਤੇਰੀ ਹੋਂਦ ਨਹੀਂ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਦੁਬਾਰਾ ਇਹ ਗੱਲ ਕਹੀ, ਇਹ ਨਾ ਭੁੱਲ ਜਾਣਾ। ਇਹ ਸਰੀਰ ਜਿਹੜਾ ਨਾ, ਜਿਹਨੂੰ ਕਹਿੰਦੇ ਇਹ ਮੇਰਾ ਏ, ਅਸਲ ਵਿੱਚ ਇਹ ਵੀ ਉਸ ਪਰਮਾਤਮਾ ਨੇ ਬਣਾਇਆ। ਦੁਨੀਆ ਦੀ ਕੋਈ ਤਾਕਤ ਨਹੀਂ ਇਸ ਸਰੀਰ ਵਰਗਾ। ਕਿੰਨਾ ਕੁਛ ਬਣਾ ਲਿਆ, ਪਰ ਕੀ ਇਸ ਸਰੀਰ ਵਰਗਾ ਹੂ ਬਹੂ ਕੋਈ ਬਣਾ ਸਕਦਾ? ਮੈਂ ਪਿੱਛੇ ਜੇ ਪਤਾ ਕੀਤਾ, 25 ਲੱਖ ਦਾ ਇੱਕ ਹੱਥ ਲੱਗਦਾ। ਅਤੇ ਉਹ ਮੈਂ ਉਹਨੂੰ ਪੁੱਛਿਆ ਕਿ ਕੀ ਕਿਸ ਤਰ੍ਹਾਂ? ਕਹਿੰਦੇ ਹੈ ਇਸ ਤਰ੍ਹਾਂ ਦਾ ਹੀ ਹੈ ਜਿਹੜਾ ਤੂੰ ਫ੍ਰੀ ਲਗਾਇਆ। ਬਸ ਥੋੜ੍ਹਾ ਬਹੁਤਾ ਉਹ ਕੀ ਆ, ਉਹਨੂੰ ਰਿਮੋਟ ਕੰਟਰੋਲ ਦੇ ਨਾਲ ਉਹਨੂੰ ਬਣਾਇਆ ਹੋਇਆ, ਉਹ ਤੇਰੀਆਂ ਨਾੜਾਂ ਦੇ ਨਾਲ ਚੱਲੇਗਾ, ਪਰ ਹੂ ਬਹੂ ਕੰਮ ਨਹੀਂ ਕਰ ਸਕਦਾ। ਕਿੰਨਾ ਧਨ, ਕਰੋੜਾਂ ਰੁਪਈਆ ਖਰਚ ਕਰ ਲਈਏ। ਜਦੋਂ ਮੇਰੀ ਬਾਂਹ ਕੱਟੀ ਸੀ, ਡਾਕਟਰ ਕਹਿੰਦੇ ਬਾਂਹ ਲੱਗ ਜਾਊਗੀ, ਪਰ ਕੈਂਸਰ ਦਾ ਇਲਾਜ ਕੋਈ ਨਹੀਂ। ਦੁਨੀਆ ਦੀ ਕੋਈ ਤਾਕਤ ਨਹੀਂ ਇਹੋ ਜਿਹਾ ਸਰੀਰ। ਅਸੀਂ ਬਿਊਟੀ ਪਾਰਲਰਾਂ ਦੇ ਕੋਲ ਜਾ ਕੇ ਆਪਣੇ ਤਨ ਨੂੰ ਸ਼ਿੰਗਾਰਦੇ ਹਾਂ ਨਾ। ਮੇਰੇ ਵੀਰ ਨਾਈਆਂ ਕੋਲ ਬੈਠ ਕੇ ਜਾ ਕੇ ਕੈਂਚੀਆਂ ਲਵਾਉਂਦੇ ਨੇ। ਉਹੋ ਜਿਹੀ ਸੁੰਦਰਤਾ ਕੇਵਲ ਰੱਬ ਹੀ ਬਣਾ ਸਕਦਾ, ਹੋਰ ਕੋਈ ਦੁਨੀਆ ਦੀ ਤਾਕਤ ਨਹੀਂ। ਅਤੇ ਸਤਿਗੁਰੂ ਕਹਿੰਦੇ ਭਲਿਆ ਇਸ ਸਰੀਰ 'ਤੇ ਮਾਣ ਕਰਨ ਵਾਲਿਆ, ਤੇਰੇ ਅੰਦਰ ਜਿਹੜੀ ਜੋਤ ਹੈ ਉਹ ਪਰਮਾਤਮਾ ਦੀ ਹੈ।
ਜਿੱਦਣ ਉਹ ਜੋਤ ਕੱਢ ਕੇ ਲੈ ਗਿਆ, ਫਿਰ ਇਸ ਧਰਤੀ 'ਤੇ ਕੋਈ ਤਾਕਤ ਨਹੀਂ ਜਿਹਨੂੰ ਜਿਉਂਦਾ ਰੱਖ ਸਕੇ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਜਿਨੇ ਜਿੰਦ ਟਿਕਾ ਕੇ ਤੈਨੂੰ ਜਗਤ ਵਿਖਾਇਆ, ਅਸਲ ਵਿੱਚ ਉਹੀ ਤੇਰਾ ਮਾਤਾ ਹੈ ਤੇ ਉਹੀ ਪਿਤਾ। ਸੰਸਾਰੀ ਮਾਂ ਪਿਓ ਤੇ 4 ਪੈਸੇ ਧਨ ਦੇ ਕਮਾ ਕੇ ਤੈਨੂੰ ਦੇ ਦੇਵੇਗਾ, ਪਰ ਜਿਸ ਦਿਨ ਉਹਦੀ ਸੇਵਾ ਦੀ ਗੱਲ ਆਈ, ਉਹਨੇ ਉਲਾਮਾ ਦੇਣਾ, ਉਹ ਸਾਰੀ ਉਮਰ ਮੈਂ ਤੇਰੀ ਖਾਤਰ ਕੰਮ ਕਰਦਾ ਰਿਹਾ, ਉਹ ਮੇਰੀ ਸੇਵਾ ਨਹੀਂ ਕੀਤੀ। ਪਰ ਜਿਹੜਾ ਮਾਤਾ ਪਿਤਾ ਉਹ ਜਗਤ ਦਾ ਮਾਲਕ ਪਰਮਾਤਮਾ ਹੈ ਨਾ, ਉਹਨੇ ਕਦੇ ਉਲਾਮਾ ਨਹੀਂ ਦਿੱਤਾ। ਤੈਨੂੰ ਗੱਡੀਆਂ ਦਿੱਤੀਆਂ, ਤੈਨੂੰ ਕਾਰਾਂ ਦਿੱਤੀਆਂ, ਕਦੇ ਰਸਤੇ ਵਿੱਚ ਖਿਲਾਰ ਕੇ ਤੈਨੂੰ ਨਹੀਂ ਆਖਿਆ ਉਹ ਭਲਿਆ ਮੇਰਾ ਨਾਮ ਨਹੀਂ ਜਪਿਆ, ਉਹ ਭਲਿਆ ਮੈਂ ਤੈਨੂੰ ਰਿਜ਼ਕ ਦਿੰਦਾ ਰਿਹਾ, ਉਹ ਤੈਨੂੰ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ, ਮੇਰੇ ਦਰ ਦੇ ਉੱਤੇ ਮੇਰੇ ਘਰ ਦੇ ਵਿੱਚ ਆਣ ਕੇ ਭੰਡਾਰਾ ਨਹੀਂ ਲਾਇਆ, ਲੰਗਰ ਨਹੀਂ ਲਾਇਆ, ਕਦੇ ਪੁੱਛਿਆ ਨਹੀਂ। ਗੁਰੂ ਇਹ ਸਮਝਾਉਂਦਾ ਹੈ ਕਿ ਤੇਰਾ ਫਰਜ਼ ਬਣਦਾ ਹੈ, ਕਿਉਂਕਿ ਉਹ ਜਗਤ ਦਾ ਮਾਲਕ ਸਾਰਿਆਂ ਦਾ ਮਾਤਾ ਪਿਤਾ ਹੈ। ਜੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੁਆ ਜਲਤ ਨਦਰੀ ਆਇਆ। ਹੁਣ ਇੱਥੇ ਜਿਹੜਾ ਸ਼ਬਦ ਹੈ ਚਲਤ, ਇਹ ਤਮਾਸ਼ੇ 'ਤੇ ਆਇਆ, ਭਾਵ ਅਰਥ ਇਹਦਾ ਇਹ ਤਮਾਸ਼ਾ। ਧਿਆਨ ਨਾਲ ਸੁਣਿਓ, ਇਹ ਸਾਰਾ ਕੁਝ ਜੋ ਜਗਤ ਦੇ ਵਿੱਚ ਹੈ ਨਾ, ਇਹ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੇ ਨਾਲ ਬੁੱਝਿਆ। ਇਹ ਮੈਂ ਸਮਝ ਲਿਆ, ਬੁੱਝ ਲਿਆ, ਇਹ ਜਿਹੜੀ ਬੁਝਾਰਤ ਸੀ ਇਹ ਮੈਂ ਬੁੱਝ ਲਈ। ਕਿਹੜੀ? ਕਿ ਇਹ ਜਗਤ ਦੀ ਜਿਹੜੀ ਉਤਪਤੀ ਹੈ, ਇਹ ਸਾਰਾ ਪਰਮਾਤਮਾ ਦਾ ਆਪਣਾ ਖੇਲ ਹੈ। ਇਹ ਸਾਰਾ ਪਰਮਾਤਮਾ ਦਾ ਪਸਾਰਾ ਜਿਹੜਾ ਹੈ, ਉਹ ਜਗਤ ਤਮਾਸ਼ਾ ਜਿਹੜਾ ਹੈ, ਉਹ ਪਰਮਾਤਮਾ ਦਾ ਆਪਣਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੀ ਜੀਵਨ ਕਥਾ ਵਿੱਚ ਵੀ ਇਹ ਜ਼ਿਕਰ ਕੀਤਾ ਹੈ ਕਿ ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ਾ ਜਿਹੜਾ ਹੈ ਨਾ, ਇਹ ਪਰਮਾਤਮਾ ਨੇ ਪੈਦਾ ਕੀਤਾ ਹੋਇਆ। ਤੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਗੁਰ ਪ੍ਰਸਾਦੀ ਬੁੱਝਿਆ, ਗੁਰੂ ਦੀ ਕਿਰਪਾ ਦੇ ਨਾਲ ਬੁੱਝ ਲਿਆ ਕਿ ਇਹ ਜਿਹੜਾ ਪੈਦਾ ਕੀਤਾ ਹੋਇਆ ਤਮਾਸ਼ਾ ਇਹ ਪਰਮਾਤਮਾ ਦਾ, ਤੇ ਚਲਤ ਨਦਰੀ ਆਇਆ, ਮੈਂ ਦੇਖ ਰਿਹਾ ਕਿ ਇਹ ਤਮਾਸ਼ਾ ਚੱਲਦਾ ਚੱਲਦਾ, ਇਹ ਖੇਡ ਜਿਹੜੀ ਚੱਲਦੀ ਚੱਲਦੀ ਤੁਰਦੀ ਜਾ ਰਹੀ ਹੈ। ਕੋਈ ਜੰਮ ਰਿਹਾ, ਕੋਈ ਮਰ ਰਿਹਾ, ਕੋਈ ਜੰਮ ਰਿਹਾ, ਕੋਈ ਮਰ ਰਿਹਾ, ਕੋਈ ਜੰਮ ਕੇ ਉਮਰ ਭੋਗਦਾ ਬੁੱਢਾ ਹੁੰਦਾ ਫਿਰ ਚਲਾ ਜਾਂਦਾ, ਕੋਈ ਭਰ ਜਵਾਨੀ ਵਿੱਚ ਆ ਕੇ ਚਲਾ ਜਾਂਦਾ। ਇਹ ਸਾਰਾ ਜਗਤ ਤਮਾਸ਼ਾ, ਕੋਈ ਰੋ ਰਿਹਾ, ਕੋਈ ਹੱਸ ਰਿਹਾ। ਇਹ ਹੁਣ ਮੈਂ ਜਗਤ ਤਮਾਸ਼ਾ ਜਿਹੜਾ ਵਾ ਗੁਰੂ ਦੀ ਕਿਰਪਾ ਦੇ ਨਾਲ ਦੇਖ ਲਿਆ ਹੈ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਕੇਵਲ ਤੇਰੇ ਅੰਦਰ ਹੀ ਨਹੀਂ, ਇਹ ਜਿਹੜੀ ਸ੍ਰਿਸ਼ਟੀ ਦਾ ਮੁੱਢ ਹੈ ਨਾ, ਕਹੈ ਨਾਨਕ ਸ੍ਰਿਸ਼ਟ ਕਾ ਮੂਲ, ਜਿਹੜਾ ਸ੍ਰਿਸ਼ਟੀ ਦਾ ਮੁੱਢ ਹੈ ਨਾ, ਇਹਦੇ ਵਿੱਚ ਵੀ ਪਰਮਾਤਮਾ ਨੇ ਜਦੋਂ ਰਚਨਾ ਕੀਤੀ ਤੇ ਇਹਦੇ ਵਿੱਚ ਵੀ ਜੋਤ ਪਾਈ ਹੈ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਨਾ, ਘਟ ਘਟ ਮਹਿ ਹਰਿ ਜੂ ਬਸੈ, ਸੰਤਨ ਕਹਿਓ ਪੁਕਾਰ। ਭਲੇ ਪੁਰਸ਼ਾਂ ਨੇ, ਗੁਰੂ ਸਾਹਿਬਾਨ ਨੇ ਇਹ ਪੁਕਾਰ ਕੇ ਆਖਿਆ ਕਿ ਭਲਿਓ ਹਰ ਜਗ੍ਹਾ ਦੇ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ ਤੇ ਉਸ ਪਰਮਾਤਮਾ ਨੂੰ ਸਿਮਰ, ਉਸ ਪਰਮਾਤਮਾ ਦੀ ਬੰਦਗੀ ਕਰ ਜਿਸ ਪਰਮਾਤਮਾ ਨੇ ਸਾਰੇ ਜਗਤ ਦੀ ਰਚਨਾ ਕੀਤੀ, ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ, ਉਹਦੇ ਵਿੱਚ ਜੋਤ ਰੱਖੀ, ਉਹਨੂੰ ਪੈਦਾ ਕੀਤਾ। ਇਸੇ ਤਰ੍ਹਾਂ ਹੀ ਤੇਰੇ ਅੰਦਰ ਵੀ ਉਸ ਪਰਮਾਤਮਾ ਨੇ ਇਹ ਜੋਤ ਟਿਕਾਈ ਹੈ। ਤੇਰੇ ਵੱਸ ਨਹੀਂ ਕਿ ਤੂੰ ਇਸ ਸਰੀਰ ਨੂੰ ਬਚਾ ਸਕੇ। ਕੋਈ ਡਾਕਟਰ ਦੇ ਕੋਲ ਚਲਾ ਜਾਏ ਨਾ, ਤੇ ਉਹ ਆਖੇ ਕਿ ਭਾਈ ਤੇਰੇ ਕੋਲ ਮੌਤ ਦੀ ਦਵਾਈ ਹੈ ਕਿ ਮੌਤ ਨਾ ਆਵੇ, ਤੇ ਉਹ ਹੱਸ ਪਵੇਗਾ, ਆਖੇਗਾ ਭਲਿਆ ਅਸਲ ਵਿੱਚ ਮੇਰੇ ਕੋਲ ਦਵਾਈ ਤੈਨੂੰ ਧਰਵਾਸ ਦੇਣ ਵਾਸਤੇ ਆ। ਜਿਸ ਦਿਨ ਉਸ ਪਰਵਦਗਾਰ ਦੀ, ਉਸ ਅਕਾਲ ਪੁਰਖ ਦੀ, ਉਹਦਾ ਬੁਲਾਵਾ ਆ ਗਿਆ, ਉਸ ਦਿਨ ਇਸ ਧਰਤੀ ਤੋਂ ਤੂੰ ਚਲੇ ਜਾਣਾ। ਮੈਂ ਸਮਾਪਤੀ ਕਰਨ ਲੱਗਾ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਸ ਨੇ ਇਸ ਸਰੀਰ ਵਿੱਚ ਜੋਤ ਪਾਈ ਉਹਦਾ ਸਿਮਰਨ ਕਰਿਆ ਕਰੋ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਰਹਿਮਤ ਕਰੇ। ਸਾਨੂੰ ਅੱਜ ਦੀ ਬਖਸ਼ਿਸ਼ ਕੀਤੀ ਹੋਈ ਪੌੜੀ ਦੀ ਵਿਚਾਰ ਸਮਝ ਆ ਜਾਵੇ। ਅਖੀਰ ਵਿੱਚ ਇੱਕ ਵਾਰ ਫਿਰ
ਪਾਵਨ ਪੌੜੀ ਦਾ ਪਾਠ ਕਰਕੇ ਸਮਾਪਤੀ ਕਰੀਏ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।